एक कब्ज़ किन्नी क माड़ी चीज़ है जी, इहनूं किस जे लैवल च तोलना होए ते कित्थे क तोलिया जा सकदा? कब्ज़ एक बहुत ही भयानक बीमारी है। ਤੇ ਕਬਜ਼ ਰਹਿਣ ਕਰਕੇ ਜਿਹੜਾ ਸਾਡਾ ਇਮਿਊਨਿਟੀ ਦਾ ਔਰ ਰੈਜ਼ਿਸਟੈਂਸ ਦਾ ਨੁਕਸਾਨ ਹੁੰਦਾ ਹੈ ਉਹਦੇ ਤੋਂ ਅਸੀਂ ਅਣਜਾਣ ਹੁੰਦੇ ਹਾਂ। ਜਿੰਨੀ ਦੇਰ 5 ਮਿੰਟ 7 ਮਿੰਟ 10 ਮਿੰਟ ਤੁਹਾਡਾ ਚੂਇੰਗ ਪ੍ਰੋਗਰਾਮ ਚੱਲ ਰਿਹਾ ਹੈ ਐਨਗਲਫ ਕਰ ਰਹੇ ਹੋ, ਅਸੀਂ ਹਵਾ ਅੰਦਰ ਨਾ ਜਾਣ ਦਈਏ। पेट ना पईयां रोटियां ते सभे गल्लां खोटियां। अज मैं कहना पेट जे पईयां रोटियां ते सभे गल्लां खोटियां। रोटी खाण तो पहलां सैलेड्स खाने। ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡੇ ਸਾਰਿਆਂ ਦਾ ਹੀ ਬਹੁਤ ਸਵਾਗਤ। ਪ੍ਰੋਗਰਾਮ ਪ੍ਰਾਈਮ ਹੈਲਥ ਲੈ ਕੇ ਮੈਂ ਜੋਗਰਾਜ ਸਿੰਘ ਕਾਲੋਂ ਇੱਕ ਵਾਰੀ ਫਿਰ ਤੋਂ ਹਾਜ਼ਰ ਹੋਏ ਹਾਂ ਤੇ ਨਾਲ ਸਾਡੇ ਡਾਕਟਰ ਅਰੀਦਮਨ ਸਿੰਘ ਮਾਹਲ ਨੇ। ਇਸ ਹਫਤਾਵਰ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਤੇ ਨਾਲ ਹੀ ਡਾਕਟਰ ਸਾਹਿਬ ਨੂੰ ਵੀ ਜੀ ਆਇਆਂ ਨੂੰ ਆਖਦੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਜੀ ਆਇਆਂ ਜੀ। ਸਤਿ ਸ਼੍ਰੀ ਅਕਾਲ, ਸ਼ੁਕਰੀਆ। ਡਾਕਟਰ ਸਾਹਿਬ, ਅਸੀਂ ਤਕਰੀਬਨ ਹਰ ਇੱਕ ਮੁੱਦੇ ਦੇ ਉੱਤੇ ਕੋਸ਼ਿਸ਼ ਕਰ ਵੀ ਰਹੇ ਹਾਂ ਤੇ ਗਾਂ ਵੀ ਹੋਊਗੀ ਵੀ ਆ ਜਿਹੜਾ ਸਰੀਰ ਆ ਕਿਸੇ ਦਾ 5 ਫੁੱਟ ਦਾ, ਕਿਸੇ ਦਾ 6 ਫੁੱਟ ਦਾ, ਤਕਲੀਫਾਂ ਵਿੱਚ ਬਹੁਤ ਵੱਡੀਆਂ ਨੇ ਅਤੇ ਉਹਨਾਂ ਸਾਰੀਆਂ ਤਕਲੀਫਾਂ ਨੂੰ ਇੱਕ ਇੱਕ ਕਰਕੇ ਪਲੇਟਫਾਰਮ 'ਤੇ ਲੈ ਕੇ ਆਈਏ, ਕਿਉਂਕਿ ਨਿੱਕੀ ਜਿਹੀ ਚੀਜ਼ ਆ ਪਰ ਉਹ ਬਿਮਾਰੀ ਜਦੋਂ ਬਣਦੀ ਆ ਤਾਂ ਫਿਰ ਉਹ ਬਹੁਤ ਵੱਡੀ ਉਸ ਬੰਦੇ ਲਈ ਬਣ ਜਾਂਦੀ ਆ। ਪਰ ਅੱਜ ਅਸੀਂ ਇਹ ਬਹੁਤੀਆਂ ਬਿਮਾਰੀਆਂ ਦੀ ਜਿਹੜੀ ਇੱਕ ਜੜ੍ਹ ਜਿਹਨੂੰ ਮੰਨੀ ਜਾਂਦੀ ਆ ਅਤੇ ਬਹੁਤ ਗਿਣਤੀ 'ਚ ਲੋਕ ਨੇ ਜਿਹੜੇ ਇਸ ਚੀਜ਼ ਨਾਲ ਪ੍ਰਭਾਵਿਤ ਨੇ, ਉਹ ਹੈ ਕੌਂਸਟੀਪੇਸ਼ਨ, ਕਬਜ਼। ਹੁਣ ਬਹੁਤਿਆਂ ਨੂੰ ਇਹਦੇ ਕਾਰਨ ਹੀ ਨਹੀਂ ਪਤਾ ਲੱਗਦੇ, ਉਹ ਇਹਨੂੰ ਸਿਰਫ ਕਬਜ਼ ਤੱਕ ਹੀ ਸੀਮਿਤ ਰਹਿ ਜਾਂਦੇ ਆ ਵੀ ਮੈਨੂੰ ਕਬਜ਼ ਆ, ਜਾਂ ਫਲਾਣੇ ਬੰਦੇ ਨੂੰ ਆਮ ਸੁਣੀਦਾ ਇਹਦੀ ਕਈ ਦਿਨ ਕਹਿਣਾ ਕਬਜ਼ ਨਹੀਂ ਟੁੱਟਦੀ, ਪਰ ਉਹ ਸਰੀਰ ਨੂੰ ਸਾਨੂੰ ਅੰਦਰੋਂ ਕਿਵੇਂ ਖਾਂਦਾ ਆ, ਅਸੀਂ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦੇ, ਅਵੇਅਰ ਨਹੀਂ ਹੁੰਦੇ ਵੀ ਆਖਰਕਾਰ ਉਹ ਬਿਮਾਰੀ ਹੈ ਵੀ ਆ ਕਿ ਨਹੀਂ ਹੈ। ਕਈ ਵਾਰੀ ਅਸੀਂ ਉਹਨੂੰ ਨੋਰਮਲੀ ਰੂਟੀਨ ਦਾ ਬਾਡੀ ਦਾ ਹਿੱਸਾ, ਮਤਲਬ ਰੂਟੀਨ ਦਾ ਹਿੱਸਾ ਸਮਝ ਲਈਦਾ ਵੀ ਠੀਕ ਆ, ਥੋੜ੍ਹੇ ਦਿਨ ਇੱਦਾਂ ਕਬਜ਼ ਰਹੀ ਪਰ ਫਿਰ ਠੀਕ ਆ। ਇਹ ਕਬਜ਼ ਕਿੰਨੀ ਕੁ ਮਾੜੀ ਚੀਜ਼ ਆ ਜੀ, ਇਹਨੂੰ ਕਿਸ ਜੇ ਲੈਵਲ 'ਚ ਤੋਲਣਾ ਹੋਏ ਤੇ ਕਿੱਥੇ ਕੁ ਤੋਲਿਆ ਜਾ ਸਕਦਾ? ਕਬਜ਼ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ। ਉਹ ਆਪਣੇ ਆਪ 'ਚ ਬਿਮਾਰੀ ਨਹੀਂ, 100 ਬਿਮਾਰੀਆਂ ਨੂੰ ਜਨਮ ਵੀ ਦਿੰਦੀ ਹੈ। ਅੱਛਾ। ਕਬਜ਼ ਦਾ ਮਤਲਬ ਇਹ ਹੈ ਕਿ ਇੱਕ ਦਿਨ 2 ਦਿਨ 3 ਦਿਨ ਤੁਸੀਂ ਸਟੂਲ ਪਾਸ ਨਹੀਂ ਕਰਦੇ ਔਰ ਉਹ ਸਟੂਲ ਤੁਹਾਡੇ ਅੰਦਰ ਰਹਿ ਜਾਂਦਾ ਹੈ। ਉਹਦੇ ਵਿੱਚੋਂ ਗੰਧਲੇ ਤੱਤ ਸਰੀਰ ਨੂੰ ਗੰਧਲਾ ਕਰਦੇ ਆ, ਜਿਹਦੇ ਵਿੱਚ ਕੁਝ ਗੈਸਿਸ ਹੁੰਦੀਆਂ, ਕੁਝ ਕੈਮੀਕਲਸ ਹੁੰਦੇ ਆ। ਔਰ ਇਹੀ ਕਾਰਨ ਆ ਕਿ ਕਬਜ਼ ਰਹਿਣ ਕਰਕੇ ਜਿਹੜਾ ਸਾਡਾ ਇਮਿਊਨਿਟੀ ਦਾ ਔਰ ਰੈਜ਼ਿਸਟੈਂਸ ਦਾ ਨੁਕਸਾਨ ਹੁੰਦਾ ਹੈ ਉਹਦੇ ਤੋਂ ਅਸੀਂ ਅਣਜਾਣ ਹੁੰਦੇ ਹਾਂ। ਸੋ ਇਹ ਬਹੁਤ ਜ਼ਰੂਰੀ ਆ ਕਿ ਰੋਜ਼ 24 ਘੰਟਿਆਂ ਬਾਅਦ ਤੁਹਾਡਾ ਸਟੂਲ ਪਾਸ ਹੋਣਾ ਚਾਹੀਦਾ, ਪੇਟ ਦੀ ਇਵੈਕੂਏਸ਼ਨ ਹੋਣੀ ਚਾਹੀਦੀ ਹੈ। ਪਿਛਲੇ ਪ੍ਰੋਗਰਾਮਸ ਦੇ ਵਿੱਚ ਵੀ ਅਸੀਂ ਗੱਲ ਕਰ ਰਹੇ ਹਾਂ ਕਿ ਇੰਜੈਸ਼ਨ, ਡਾਈਜੈਸ਼ਨ, ਐਬਜ਼ੌਰਪਸ਼ਨ ਐਂਡ ਇਵੈਕੂਏਸ਼ਨ। ਜੇ ਇਵੈਕੂਏਸ਼ਨ ਨਹੀਂ ਤਾਂ ਫਿਰ ਤੁਹਾਡਾ ਸਰੀਰ ਜਿਹੜਾ ਆ ਉਹ ਕਮਜ਼ੋਰ ਹੋ ਰਿਹਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਇਨਵਾਈਟ ਕਰ ਰਿਹਾ ਹੈ। ਸੋ ਕਬਜ਼ ਦਾ ਮਤਲਬ ਹਾਰਡ ਸਟੂਲ ਹੈ, ਲੇਕਿਨ ਬਹੁਤ ਵਾਰੀ ਕਬਜ਼ ਦਾ ਮਤਲਬ ਇਸ ਤਰੀਕੇ ਦੇ ਨਾਲ ਕੱਢਿਆ ਜਾਂਦਾ ਹੈ ਕਿ ਪੇਟ ਸਾਫ਼ ਨਹੀਂ ਹੁੰਦਾ। ਉਹਨੂੰ ਅਸੀਂ ਇਰੀਟੇਬਲ ਬਾਲ ਸਿੰਡਰੋਮ ਕਹਿ ਸਕਦੇ ਹੋ, ਉਹਨੂੰ ਤੁਸੀਂ ਫਲੈਚੂਲੈਂਸ ਕਹਿ ਸਕਦੇ ਹੋ। ਜਦੋਂ ਕਿ ਸਵੇਰੇ ਉੱਠ ਕੇ 1 ਵਾਰ 2 ਵਾਰ 3 ਵਾਰ ਤੁਸੀਂ ਸਟੂਲ ਪਾਸ ਕਰਨ ਗਏ ਲੇਕਿਨ ਇਵੈਕੂਏਟ ਨਹੀਂ ਹੋਇਆ, ਸਟੂਲ ਦੀ ਫਾਰਮੇਸ਼ਨ ਸੈਮੀ ਸੋਲਿਡ ਸੀ, ਬਹੁਤ ਸਮੈਲੀ ਸੀ, ਡਿਸਟੋਰਟਡ ਸੀ, ਸਟੂਲ ਦੀ ਫਾਰਮੇਸ਼ਨ ਹੋਈ ਨਹੀਂ ਔਰ ਤੁਸੀਂ ਟਾਈਮ ਦੇ ਮੁਤਾਬਿਕ ਆਪਣੇ ਕੰਮ ਤੇ ਜਾਣਾ ਹੈ ਤੇ ਤੁਸੀਂ ਕੁਝ ਹਿੱਸਾ ਸਟੂਲ ਦਾ ਆਪਣੇ ਅੰਦਰ ਲੈ ਕੇ ਆਪਣੇ ਕੰਮਾਂ ਤੇ ਚਲੇ ਜਾਂਦੇ ਹੋ ਔਰ ਹੌਲੀ ਹੌਲੀ ਉਹ ਡਰਾਈ ਹੁੰਦਾ ਰਹਿੰਦਾ ਆ। ਉਹਦੇ ਵਿੱਚੋਂ ਗੈਸਿਸ, ਉਹਦੇ ਵਿੱਚੋਂ ਕੈਮੀਕਲ ਸਾਡੀ ਬਲੱਡ ਸਟਰੀਮ 'ਚ ਜਾ ਕੇ ਸਾਨੂੰ ਜਵਾਬ ਦਿੰਦੇ ਆ। ਕਈ ਵਾਰੀ ਜਦੋਂ ਸਟੂਲ ਪਾਸ ਨਹੀਂ ਕਰਦੇ ਤੇ 2 ਵਜੇ 3 ਵਜੇ ਦੇ ਆਸ-ਪਾਸ
ਸਰੀਰ ਦੇ ਵਿੱਚ ਥਕੇਵਾਂ, ਟੁੱਟਣਾ ਭੱਜਣਾ ਤੇ ਸਿਰ ਦੇ ਵਿੱਚ ਟਸ ਦੀ ਫੀਲਿੰਗ ਆਉਂਦੀ ਹੈ। ਅੱਛਾ, ਕਬਜ਼ ਨਾਲ ਥਕਾਵਟ ਵੀ ਹੁੰਦੀ ਆ? ਸੋ ਇਹ ਫਲੈਚੂਲੈਂਸ ਤੇ ਕਬਜ਼ ਜਿਹੜੇ ਆ, ਇਹ ਥਕਾਵਟ ਦਾ, ਦਲਿੱਦਰ ਦਾ, ਟੁੱਟਣਾ ਭੱਜਣਾ, ਬਾਡੀ ਏਕਸ ਹੋਣੀਆਂ, ਇਹ ਉਹਦੇ ਵਾਸਤੇ ਕਾਰਨ ਹੈ। ਅੱਛਾ। ਸੋ ਇਸ ਕਰਕੇ ਫਲੈਚੂਲੈਂਸ ਤੇ ਕਬਜ਼ ਦਾ ਫਰਕ ਪਹਿਲਾਂ ਪਤਾ ਹੋਣਾ ਚਾਹੀਦਾ ਹੈ। ਉਹਦੇ ਵਿੱਚ ਹਾਰਡ ਸਟੂਲ ਹੈ, ਕਈ ਵਾਰੀ ਇੰਨਾ ਹਾਰਡ ਹੁੰਦਾ ਹੈ ਕਿ 5-6 ਦਿਨ ਸਟੂਲ ਪਾਸ ਨਹੀਂ ਕਿਹਾ ਤੇ ਮਿੰਗਣਾ ਦੀ ਤਰ੍ਹਾਂ ਸਟੂਲ ਆਉਂਦਾ ਹੈ। ਬੱਚਿਆਂ ਦੀ ਬੜੀ ਵੱਡੀ ਪ੍ਰੋਬਲਮ ਹੈ, ਬਜ਼ੁਰਗਾਂ ਦੀ ਬੜੀ ਵੱਡੀ ਪ੍ਰੋਬਲਮ ਹੈ, ਜਾਂ ਜਿਹੜੇ ਬਹੁਤ ਸਾਰੇ ਲੋਕ, ਖਾਸ ਕਰਕੇ ਡਾਇਬੈਟਿਕ ਲੋਕ ਨੇ ਜਿਹੜੇ, ਉਹ ਐਂਟੀ ਡਾਇਬੈਟਿਕ ਡਰੱਗਸ ਲੈਂਦੇ ਨੇ, ਉਹਦੇ ਕਰਕੇ ਇੰਟੈਸਟਾਈਨਲ ਫਲੋਰਾ ਡਰਾਈ ਹੋ ਜਾਂਦਾ ਹੈ ਔਰ ਕਬਜ਼ ਰਹਿੰਦੀ ਹੈ, ਜਿਹੜੀ ਕਿ ਬਹੁਤ ਪਰੇਸ਼ਾਨੀ ਦਿੰਦੀ ਹੈ। ਅੱਛਾ, ਇਹਦਾ ਡਾਕਟਰ ਸਾਹਿਬ ਕੋਈ ਸਮਾਂ ਵੀ ਸੀਮਤ ਹੋਣਾ ਚਾਹੀਦਾ ਕਿ ਬਈ ਸਵੇਰੇ ਹੀ ਪੇਟ ਸਾਫ਼ ਹੋਣਾ ਚਾਹੀਦਾ, ਜਾਂ ਫਿਰ ਹੋਰ ਵੀ? ਆਮ ਤੌਰ ਤੇ ਇਹ ਧਾਰਨਾ ਬਣੀ ਪਈ ਹੈ ਨਾ ਵੀ ਸਵੇਰੇ ਉੱਠ ਕੇ ਜਾਣਾ ਸਭ ਤੋਂ ਵਧੀਆ, ਇਹ ਧਾਰਨਾ ਕਿਉਂ ਬਣੀ ਆ? ਸਵੇਰੇ ਉੱਠ ਕੇ ਹੁੰਦਾ ਹੈ ਕਿ ਤੁਸੀਂ ਪਿਛਲੇ ਦਿਨ ਦਾ, ਸਾਰੇ ਦਿਨ ਦਾ ਖਾਧਾ ਹੋਇਆ ਖਾਣਾ ਔਰ ਜਿਹੜਾ ਰਾਤ ਦਾ ਤੁਸੀਂ ਲਾਸਟ ਮੀਲ ਲਿਆ ਆ, ਉਹ ਸਾਰੇ ਦਾ ਸਾਰਾ ਪ੍ਰੋਸੈਸ ਹੋ ਕੇ ਉਹਦਾ ਫੋਕਟ ਪਦਾਰਥ ਜਿਹੜਾ ਆ ਉਹ ਲਾਰਜ ਇੰਟੈਸਟਾਈਨ 'ਚ ਇਕੱਠਾ ਹੋਇਆ ਹੁੰਦਾ ਆ ਔਰ ਉਹ ਇਵੈਕੂਏਟ ਹੋ ਜਾਂਦਾ ਹੈ। ਅੱਛਾ। ਲੇਕਿਨ ਜਦੋਂ ਕਿਤੇ ਹਾਈਪਰ ਐਸਿਡਿਟੀ ਆ, ਤੇਜ਼ਾਬ ਜ਼ਿਆਦਾ ਬਣਿਆ, ਉਸ ਤੋਂ ਬਾਅਦ ਫਿਰ ਪੇਟ ਦੇ ਵਿੱਚ ਗੈਸ ਹੋਏਗੀ, ਤੁਸੀਂ ਫਾਰਟਿੰਗ ਮਹਿਸੂਸ ਕਰੋਗੇ, ਹੇਠਾਂ ਤੋਂ ਤੁਹਾਡੀ ਗੈਸ ਰਿਲੀਜ਼ ਹੋਏਗੀ ਜਿਹੜੀ ਕਿ ਬੜੀ ਗੰਦਲੀ ਹੋਏਗੀ, ਔਰ ਸਟੂਲ ਦੀ ਫਾਰਮੇਸ਼ਨ ਠੀਕ ਨਹੀਂ ਹੋਏਗੀ ਗੈਸ ਕਰਕੇ। ਉਸ ਸਟੂਲ ਦੀ ਫਾਰਮੇਸ਼ਨ ਨੂੰ ਡਿਸਟਾਰਟ ਕਰੇਗਾ ਔਰ ਡਿਸਟਾਰਟ ਕਰਨ ਕਰਕੇ ਫਿਰ ਜਦੋਂ ਇਵੈਕੂਏਟ ਕਰਨਾ ਉਦੋਂ ਪਾਸ ਵੀ ਨਹੀਂ ਹੁੰਦਾ, ਉਹਦੀ ਫਾਰਮੇਸ਼ਨ ਠੀਕ ਨਹੀਂ ਹੋਈ ਹੁੰਦੀ। ਸੋ ਇਹਦੇ ਵਿੱਚ ਦੋਸ਼ ਕਿਹੜੇ ਆ? ਸਭ ਤੋਂ ਪਹਿਲੀ ਤੇ ਗੱਲ ਇਹ ਹੈ ਕਿ ਇੰਜੈਸ਼ਨ ਵੇਲੇ ਖਾਣਾ ਪੀਣਾ ਤੇ ਸੁੰਘਣਾ, ਜਦੋਂ ਅਸੀਂ ਖਾਣਾ ਚਬਾਉਂਦੇ ਆ, ਪੁਰਾਣੇ ਸਮਿਆਂ 'ਚ ਕਹਿੰਦੇ ਹੁੰਦੇ ਸੀ ਕਿ ਖਾਣਾ ਖਾਣ ਦੇ ਵੇਲੇ ਗੱਲਾਂ ਨਹੀਂ ਕਰਨੀਆਂ, ਲੇਕਿਨ ਅੱਜ ਖਾਣਾ ਅਸੀਂ ਗੱਲਾਂ ਕਰਨ ਵਾਸਤੇ ਕਰਦੇ ਹਾਂ। ਸਾਰੀਆਂ ਮੀਟਿੰਗ, ਸਾਰੀਆਂ ਡਿਸਕਸ਼ਨਸ ਖਾਣੇ ਤੇ ਹੀ ਹੁੰਦੀਆਂ, ਕਿਉਂਕਿ ਸਾਡਾ ਫੋਕਸ ਸਾਡੇ ਬਿਜ਼ਨਸ ਜਾਂ ਡਿਸਕਸ਼ਨਸ ਤੇ ਹੁੰਦਾ ਹੈ ਤੇ ਖਾਣਾ ਤੇ ਨਾਲ ਦੀ ਨਾਲ ਚੱਲੀ ਜਾ ਰਿਹਾ ਹੈ। ਸੋ ਉਹ ਇਸ ਕਰਕੇ ਹੁੰਦਾ ਸੀ ਕਿ ਖਾਣਾ ਖਾਂਦੇ ਸਮੇਂ ਅਸੀਂ ਕੁਝ ਏਅਰ ਜਿਹੜੀ ਆ ਉਹ ਐਨਗਲਫ ਕਰ ਜਾਂਦੇ ਆ, ਅੰਦਰ ਲੈ ਜਾਂਦੇ ਆ। ਅੱਛਾ। ਜਿਹੜੀ ਕਿ ਉਹਦੇ ਵਿੱਚ ਡਿਸਟੋਰਸ਼ਨ ਕਰਦੀ ਆ ਅੱਗੇ ਜਾ ਕੇ। ਅੱਛਾ। ਦੂਸਰਾ, ਜਦੋਂ ਐਸਿਡ ਜ਼ਿਆਦਾ ਬਣੇਗਾ, ਹਾਈਪਰ ਐਸਿਡਿਟੀ ਹੋਏਗੀ ਤੇ ਉਹਦੇ ਨਾਲ ਫਿਊਮਸ, ਗੈਸਿਸ ਬਣਨਗੀਆਂ ਔਰ ਗੈਸ ਅੱਗੇ ਜਾ ਕੇ ਜਿਹੜਾ ਸਾਰਾ ਸਾਡੇ ਕੋਲ ਇੰਟੈਸਟਾਈਨਲ ਸਾਡੀ ਲੈਂਥ ਹੈ ਉਹਦੇ 'ਚ ਜਾ ਕੇ ਡਿਸਟੋਰਸ਼ਨ ਕਰਦੀਆਂ, ਉਹਦੀ ਸਟੂਲ ਦੀ ਫਾਰਮੇਸ਼ਨ ਨਹੀਂ ਹੋਣ ਦਿੰਦੀ। ਸੋ ਐਸਿਡਿਟੀ ਹੋਣੀ ਜਾਂ ਗੱਲਾਂ ਕਰਦਿਆਂ ਬਹੁਤ ਹਾਸੇ ਮਜ਼ਾਕ ਠੱਠੇ ਦੇ ਵਿੱਚ ਅਸੀਂ ਹਵਾ ਇਨਗਲਫ ਕਰ ਰਹੇ ਹਾਂ, ਇਹਨਾਂ ਚੀਜ਼ਾਂ ਤੋਂ ਸਾਨੂੰ ਬਚਾਅ ਰੱਖਣਾ ਚਾਹੀਦਾ ਹੈ। ਔਰ ਗਲਤੀ ਇਹ ਹੋ ਰਹੀ ਆ ਕਿ ਅਸੀਂ ਫਾਈਬਰ ਨਹੀਂ ਦੇ ਰਹੇ। ਅੱਜ ਦਾ ਜਿਹੜਾ ਸਾਡੇ ਕੋਲ ਫੂਡ ਸਟੱਫ ਹੈ ਉਹਦੇ ਵਿੱਚ ਫਾਈਬਰ ਨਹੀਂ ਹੈਗਾ, ਛਿਲਕਾ ਅਸੀਂ ਹਰ ਚੀਜ਼ ਦਾ ਲਾਇਆ ਹੋਇਆ। ਸਹੀ ਹੈ। ਦੂਸਰੀ ਗੱਲ ਇਹ ਹੈ ਕਿ ਅਸੀਂ ਪ੍ਰੋਸੈਸਡ ਫੂਡ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਕਣਕ ਦੀਆਂ ਪ੍ਰੋਡਕਟਸ ਲਈਏ ਤੇ ਉਹ ਮੈਦੇ ਤੋਂ ਬਣੀਆਂ ਹੋਈਆਂ ਸਾਰੀਆਂ। ਜੇ ਦਾਲਾਂ ਦੀ ਗੱਲ ਕਰੀਏ ਤੇ ਅਸੀਂ ਛਿਲਕਾ ਨਹੀਂ ਲੈਂਦੇ। ਜੇ ਅਸੀਂ ਫਰੂਟਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਫਾਈਬਰ ਵਾਲੇ ਫਰੂਟਸ ਸਾਨੂੰ ਲੈਣੇ ਬਹੁਤ ਬਣਦੇ ਆ। ਹੁਣ ਰਾਈਸ ਲੈ ਲਓ, ਉਹਦੇ 'ਚੋਂ ਫਾਈਬਰ ਨਹੀਂ ਮਿਲਣਾ। ਪੁਰਾਣੇ ਜ਼ਮਾਨੇ 'ਚ ਜਿਹੜੇ ਫੂਡ ਸਟੱਫ ਚੱਲਦੇ ਸੀ, ਜਿਹਦੇ ਵਿੱਚ ਬਾਜਰਾ ਹੁੰਦਾ ਸੀ, ਜਿਹਦੇ ਵਿੱਚ ਰਾਗੀ ਹੁੰਦੀ ਸੀ, ਜਿਹਦੇ ਵਿੱਚ ਕੋਦਰਾ ਹੁੰਦਾ ਸੀ, ਇਹ 9 ਕਿਸਮ ਦੇ ਮਿਲਟਸ ਸੀਗੇ। ਇਹ ਸਾਡੀ ਫੂਡ ਸਟੱਫ ਦਾ ਹਿੱਸਾ ਸੀ। ਕਣਕ ਜਿਹੜੀ ਸੀ ਉਹ ਬਹੁਤ ਘੱਟ ਸੀਗੀ, ਲੇਕਿਨ ਕਣਕ ਨੂੰ ਖਾਣ ਵਾਲੇ ਲੋਕ ਵੀ ਥੋੜੇ ਸੀਗੇ, ਅਪਰ ਕਲਾਸ ਦੇ ਹੁੰਦੇ ਸੀ, ਹੇਠਾਂ ਸਾਰੇ ਇਹੋ ਹੀ ਚੱਲਦਾ ਸੀ। ਸੋ ਉਸ ਕਰਕੇ ਜਿਹੜੇ ਮਿਲਟਸ ਨੇ ਉਹਦੇ ਵਿੱਚ ਫਾਈਬਰ ਦੀ ਮਾਤਰਾ ਬੜੀ ਹੁੰਦੀ ਹੈ, ਔਰ ਜਦੋਂ ਅਸੀਂ ਫਾਈਬਰ ਦੀ ਸਫੀਸ਼ੀਐਂਟ ਮਾਤਰਾ ਲੈਂਦੇ ਹਾਂ ਉਸ ਵੇਲੇ ਕਬਜ਼ ਹੋਣ ਦੇ ਚਾਂਸਸ ਘਟ ਜਾਂਦੇ ਆ। ਹੁਣ ਰੋਟੀ ਖਾਣ ਵੇਲੇ ਅਸੀਂ ਗੱਲਾਂ ਨਹੀਂ ਕਰਨੀਆਂ, ਇਹ ਅਸੀਂ ਆਦਤ ਬਣਾਈਏ, ਅੱਗੇ ਸਿਖਾਈਏ ਵੀ, ਟੀਚ ਕਰੀਏ, ਪ੍ਰੀਚ ਕਰੀਏ, ਪ੍ਰੈਪੀਗੇਟ ਕਰੀਏ ਕਿ ਜਿੰਨੀ ਦੇਰ 5 ਮਿੰਟ 7 ਮਿੰਟ 10 ਮਿੰਟ ਤੁਹਾਡਾ ਚੂਇੰਗ ਪ੍ਰੋਗਰਾਮ ਚੱਲ ਰਿਹਾ ਹੈ, ਐਨਗਲਫ ਕਰ ਰਹੇ ਹੋ, ਅਸੀਂ ਹਵਾ ਅੰਦਰ ਨਾ ਜਾਣ ਦਈਏ। ਉਸ ਤੋਂ ਬਾਅਦ ਫਿਰ ਖਾਣਾ ਖਾਂਦੇ ਸਮੇਂ ਸਾਨੂੰ ਰੋਟੀ ਨੂੰ, ਜਿਹਨੂੰ ਅਸੀਂ ਰੋਟੀ ਦਾ ਨਾਂ ਲਿਆ, ਕਿਉਂਕਿ ਲਫ਼ਜ਼ ਤਾਂ ਇਹੀ ਹੈ ਕਿ ਰੋਟੀ ਖਾ ਲਈ ਹੈ, ਰੋਟੀ ਖਾਣੀ ਸੀ, ਉਹਨੂੰ ਰੋਟੀ ਤੇ ਸੱਦਿਆ, ਉਹਦੇ ਰੋਟੀ ਤੇ ਜਾਣਾ। ਰੋਟੀ ਹੈ ਮੀਨਸ ਫੂਡ। ਉਹ ਜਿਹੜੀ ਅਸੀਂ ਰੋਟੀ, ਜਿਹਦੇ ਤੋਂ ਬਗੈਰ ਅਸੀਂ ਇਹ ਮੰਨਦੇ ਹਾਂ ਕਿ ਸਾਡਾ
ਖਾਣਾ ਅਧੂਰਾ ਹੈ, ਉਹ ਖਾਣੀ ਕਿਵੇਂ ਹੈ? ਬਹੁਤ ਜ਼ਰੂਰੀ ਹੈ ਕਿ ਰੋਟੀ ਖਾਣ ਤੋਂ ਪਹਿਲਾਂ ਸੈਲਡਸ ਖਾਣੇ। ਅੱਛਾ। ਹੁਣ ਗਰੀਬ ਆਦਮੀ ਦੇ ਲਈ ਸੈਲਡਸ ਕੀ, ਜੋ ਵੀ ਉਸ ਵੇਲੇ ਸੀਜ਼ਨਲ ਗਾਜਰ ਹੈ, ਮੂਲੀ ਆ, ਗੋਭੀ ਆ, ਖੀਰਾ ਆ, ਟਮਾਟਰ ਹੈ, ਕੁਛ ਹੈ, ਉਹ ਸੈਲਡ ਜਿਹੜਾ ਜ਼ਰੂਰ ਖਾਓ ਰੋਟੀ ਤੋਂ ਪਹਿਲਾਂ। ਰੋਟੀ ਤੋਂ ਪਹਿਲਾਂ ਸੈਲਡ ਜਿਹੜਾ ਰੋਟੀ ਤੋਂ ਪਹਿਲਾਂ। ਆਪਾਂ ਬਹੁਤੀ ਮੈਜੋਰਿਟੀ ਆਫ ਰੋਟੀ ਦੇ ਨਾਲ ਖਾਈਦਾ। ਪਹਿਲਾਂ ਖਾਣ ਦਾ ਫਾਇਦਾ ਇਹ ਆ ਕਿ ਜੇ ਤੁਸੀਂ 4 ਰੋਟੀਆਂ ਖਾਂਦੇ ਹੋ ਤੇ ਮੈਂ ਕਹਾਂਗਾ ਕਿ 4 ਰੋਟੀਆਂ ਨਾ ਖਾਓ, 2 ਖਾਓ, 1 ਰੋਟੀ ਦਾ ਸੈਲਡ ਖਾਓ ਤੇ 1 ਰੋਟੀ ਦਾ ਖਾਣੇ ਤੋਂ ਬਾਅਦ ਫਰੂਟ ਖਾਓ ਜੇ ਅਫੋਰਡ ਕਰਦੇ ਹੋ। ਨਹੀਂ ਤੇ ਦੇਸੀ ਫਰੂਟ ਜਿਹੜਾ ਸੀਜ਼ਨਲ ਸਾਡੇ ਕੋਲ ਹੁੰਦਾ ਹੈ ਉਹਦੀ ਵਰਤੋਂ ਜ਼ਰੂਰ ਕਰ ਲਓ, ਚਾਹੇ ਉਹ ਬੇਰ ਹੀ ਕਿਉਂ ਨਾ ਹੋ ਜਾਣ। ਉਹ ਕਿਸੇ ਵੀ ਕਿਸਮ ਦਾ ਫਰੂਟ ਹੋ ਸਕਦਾ ਜਿਹੜਾ ਈਜ਼ੀਲੀ ਅਵੇਲੇਬਲ ਹੈ। ਅੱਛਾ, ਫਰੂਟ ਰੋਟੀ ਤੋਂ ਬਾਅਦ ਤੇ ਸੈਲਡ ਪਹਿਲਾਂ। ਇਹ ਸੈਂਡਵਿਚ ਹੋਣੀ, ਜਿਹੜੀ ਰੋਟੀ ਹੈ ਤੁਹਾਡੀ, ਜਿਹੜਾ ਫੁਲਕਾ ਹੈ ਤੁਹਾਡਾ, ਜਿਹੜੇ ਰਾਈਸ ਨੇ, ਇਹ ਸੈਂਡਵਿਚ ਹੋਣੇ ਚਾਹੀਦੇ। ਪਹਿਲਾਂ ਸੈਲਡਸ, ਫਿਰ ਤੁਹਾਡਾ ਮੇਜਰ ਕੋਰਸ ਹੈ ਜਿਹੜਾ ਮੇਜਰ ਫੂਡ ਹੈ, ਉਸ ਤੋਂ ਬਾਅਦ ਫਰੂਟਸ। ਇਹਦੇ ਨਾਲ ਫਰਕ ਕੀ ਪੈਂਦਾ? ਇਹਦੇ ਨਾਲ ਇੱਕ ਤੇ ਅਸੀਂ ਪਿਛਲੇ ਦਿਨੀ ਇਹ ਗੱਲਾਂ ਕੀਤੀਆਂ ਸੀ ਕਿ 36 ਪਦਾਰਥ ਸੰਮਿਲਿਤ ਭੋਜਨ। ਸਹੀ। ਤੁਹਾਡੇ ਸੈਲਡਸ ਦੇ ਵਿੱਚ ਤੇ ਤੁਹਾਡੇ ਫਰੂਟਸ ਦੇ ਵਿੱਚ ਆਲਮੋਸਟ, ਜੇ 5 ਕਿਸਮ ਦੀਆਂ ਸਬਜ਼ੀਆਂ ਵੀ ਤੁਸੀਂ ਕੱਟ ਕੇ ਰੱਖੀਆਂ, 5 ਕਿਸਮ ਦੇ ਫਲ ਕੱਟ ਕੇ ਰੱਖੇ ਆ, ਤੇ ਸਾਰੇ ਰੰਗ, ਸਾਰੀਆਂ ਖੁਸ਼ਬੂਆਂ, ਸਾਰਾ ਉਹਦੇ ਵਿੱਚ ਆ ਜਾਂਦਾ ਹੈ। ਤਾਂ 36 ਪਦਾਰਥ ਪੂਰੇ ਹੋਣ ਸਾਡੀ ਇਹ ਇੱਕ ਚੀਜ਼ ਹੈ। ਦੂਸਰੀ ਚੀਜ਼ ਹੈ ਕਿ ਸਾਡੇ ਕੋਲ ਰਸ, ਗੁਣ, ਵੀਰਿਆ, ਵਿਪਾਕ। ਅੱਛਾ। ਸਾਡੇ ਕੋਲ ਸਵਾਦ, ਸਾਡੇ ਕੋਲ ਖੁਸ਼ਬੂਆਂ, ਸਾਡੇ ਕੋਲ ਤਸੀਰਾਂ, ਸਾਡੇ ਕੋਲ ਨਿਊਟ੍ਰੀਐਂਟਸ, ਉਹ ਸਾਰੇ ਦੇ ਸਾਰੇ ਪੂਰੇ ਹੋ ਜਾਂਦੇ। ਓਕੇ। ਸੋ ਇਸ ਕਰਕੇ ਸਾਨੂੰ ਸੈਲਡਸ ਤੇ ਫਰੂਟਸ ਦੀ ਅਹਿਮੀਅਤ ਦਾ ਪਤਾ ਹੋਣਾ ਚਾਹੀਦਾ। ਵਿੱਚ ਅਸੀਂ ਸਬਜ਼ੀ ਕੁੱਕ ਕੀਤੀ ਤੜਕਿਆਂ ਵਾਲੀ, ਉਹ ਤੇ ਖਾਣੀ ਰੋਟੀ ਦੇ ਨਾਲ, ਦਾਲ ਬਣਾਈ ਹੋਈ ਹੈ, ਖਾਣੀ ਹੈ। ਸੋ 4 ਫੁਲਕਿਆਂ ਦੀ ਥਾਂ 2 ਫੁਲਕੇ ਲੈ ਲਓ, 1 ਫੁਲਕਾ ਸੈਲਡ ਨੂੰ ਦੇ ਦਿਓ, 1 ਫੁਲਕਾ ਫਰੂਟ ਨੂੰ ਦੇ ਦਿਓ। ਉਹਦੇ ਨਾਲ ਤੁਹਾਡੀ ਕਣਕ ਜਾਂ ਵੀਟ ਫਲਾਵਰ ਜਿਹੜਾ ਉਹ ਘਟ ਜਾਏਗਾ, ਜਿਹੜਾ ਇਸ ਵੇਲੇ ਉਹਦੇ ਬਾਰੇ ਬੜੇ ਕੰਟਰੋਵਰਸੀਜ਼ ਚੱਲ ਰਹੀਆਂ ਕਿਉਂਕਿ ਉਹਦੇ ਵਿੱਚ ਇਹੋ ਜਿਹੇ ਫਾਈਟੋਕੈਮੀਕਲਸ ਨੇ। ਨਵੀਆਂ ਕਣਕਾਂ ਜਿਹੜੀਆਂ ਆਈਆਂ 1990 ਤੋਂ ਬਾਅਦ ਦੀਆਂ ਗੱਲ ਕਰਦਾ, ਉਹਦੇ ਵਿੱਚ ਐਮਲੋਪੈਕਟਿਨ ਸੀ ਲੈ ਲਓ, ਉਹਦੇ ਵਿੱਚ ਗਲੈਡਨ ਲੈ ਲਓ, ਉਹਦੇ ਵਿੱਚ ਤੁਸੀਂ ਗਲੂਟਨ ਲੈ ਲਓ। ਇਹਨਾਂ ਦੀ ਮਾਤਰਾ ਬਹੁਤ ਜ਼ਿਆਦਾ ਵਧੀ ਹੋਈ ਹੈ, ਜਿਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਫੁਲਾਵਟ, ਮੋਟਾਪਾ, ਤੋਂਦ ਵੱਧ ਜਾਂਦੀ ਹੈ। ਜਿਹੜੇ ਰੋਟੀ ਜ਼ਿਆਦਾ ਖਾਣ ਵਾਲੇ ਨੇ, ਵੀ ਨਾਲ ਕੁਝ ਮਿਲਿਆ ਨਹੀਂ ਮਿਲਿਆ, ਰੋਟੀਆਂ 5-7 ਲੈਣੀਆਂ, ਉਹ ਤੁਸੀਂ ਵੇਖੋ ਉਹਨਾਂ ਦਾ ਪੇਟ ਕਿੰਨੀ ਛੇਤੀ ਵਧਿਆ ਆਏਗਾ। ਸੋ ਇਸ ਕਰਕੇ ਪੁਰਾਣੇ ਜ਼ਮਾਨੇ 'ਚ ਕਹਿੰਦੇ ਹੁੰਦੇ ਸੀ, ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਅੱਜ ਮੈਂ ਕਹਿੰਦਾ ਪੇਟ ਜੇ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਸੋ ਰੋਟੀ ਜਿਹੜੀ ਆ ਉਹਨੂੰ ਘਟਾਓ ਤੇ ਸੈਲਡ ਫਰੂਟਸ ਵਧਾਓ। ਸਾਡੇ ਕੋਲ ਹੋਰ ਚੀਜ਼ਾਂ ਨੇ ਜਿਹੜੀਆਂ ਕਿ ਭੋਜਨ ਦਾ ਅੰਗ ਬਣਨੀਆਂ ਚਾਹੀਦੀਆਂ। ਸੋ ਇਹ ਬਹੁਤ ਜ਼ਰੂਰੀ ਹੈ ਭਈ ਤੁਸੀਂ ਫਾਈਬਰ ਜਿਹੜਾ ਆ ਉਹ ਇਨਫ ਮਾਤਰਾ 'ਚ ਹੋਣਾ ਚਾਹੀਦਾ, ਫਿਰ ਕਬਜ਼ ਦੇ ਕੋਈ ਚਾਂਸਿਸ ਨਹੀਂ ਹੈ। ਠੀਕ ਹੈ ਜੀ। ਲੇਕਿਨ ਜੇ ਇਹ ਸਾਰਾ ਕੁਝ ਕਰਕੇ ਵੀ ਫਲੈਚੂਲੈਂਸ ਦੀ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਡਿਸਟੋਰਟਡ ਸਟੂਲ ਹੈ, ਸਮੈਲ ਆਉਂਦੀ ਆ, 2-3-4 ਵਾਰ ਗਏ ਉਹ ਸਟੂਲ ਪਾਸ ਨਹੀਂ ਹੋਇਆ, ਇਹਦਾ ਮਤਲਬ ਹੈ ਤੁਹਾਡੇ ਕੋਲ ਫਾਈਬਰ ਨਹੀਂ ਹੈਗਾ। ਇੱਕ ਤੇ ਫਾਈਬਰ ਇਹ ਹੈ ਕਿ ਤੁਸੀਂ ਸੈਲਡਸ ਲੈ ਲਏ, ਤੁਸੀਂ ਫਰੂਟਸ ਲੈ ਲਏ, ਆਟਾ ਹੋਲ ਲੈ ਲਿਆ, ਛਿਲਕੇ ਵਾਲਾ ਲੈ ਲਿਆ, ਸੂੜੇ ਵਾਲਾ ਲੈ ਲਿਆ, ਯੈਸ ਠੀਕ ਹੈ। ਪਰ ਜੇ ਕਿਤੇ ਇਹ ਘੱਟ ਰਹਿ ਜੇ ਤਾਂ ਫਿਰ ਤੁਸੀਂ ਇਸ ਭੂਗੋਲ ਦਾ ਹਸਕ, ਇਸ ਭੂਗੋਲ ਦਾ ਛਿਲਕਾ ਜਾਂ ਇਸ ਭੂਗੋਲ ਦਾ ਸੱਤ ਉਹਨੂੰ ਕਹਿੰਦੇ ਆ, ਜਿਹਨੂੰ ਸੀਲੀਅਮ ਹਸਕ ਕਹਿੰਦੇ ਆ, ਉਹ ਇੱਕ ਵੱਡਾ ਚਮਚ ਭਰ ਕੇ ਗਲਾਸ, ਅੱਧੇ ਗਲਾਸ ਤਾਜ਼ੇ ਪਾਣੀ ਦੇ ਵਿੱਚ ਸਟਿਰ ਕਰਕੇ ਰਾਤ ਨੂੰ ਸੌਣ ਲੱਗਿਆਂ ਜ਼ਰੂਰ ਲੈ ਲਓ। ਉਹ ਅੰਦਰ ਜਾ ਕੇ ਫੁੱਲੇਗਾ। ਉਹ ਫਾਈਬਰ ਵੀ ਆ ਤੇ ਲੈਗਜ਼ੇਟਿਵ ਵੀ ਆ, 2 ਚੀਜ਼ਾਂ ਨੇ ਉਹਦੇ ਵਿੱਚ। ਔਰ ਸਭ ਤੋਂ ਵੱਧ ਉਹ ਕੀ ਕਰੇਗਾ ਕਿ ਤੁਹਾਡੀ ਜਦੋਂ ਜਾ ਕੇ ਵੋਲੀਅਮ ਬਣੇਗਾ, ਉਹਨੇ ਜਾ ਕੇ ਜਿਹੜਾ ਸਾਡੇ ਕੋਲ ਸਟੂਲ ਦਾ ਸਟਫ ਆ, ਜਿਹਦੇ ਵਿੱਚੋਂ ਰਸ ਸੱਤ ਨਿਕਲ ਗਿਆ, ਲਾਰਜ ਇੰਟੈਸਟਾਈਨ 'ਚ ਪਹੁੰਚ ਗਿਆ, ਉੱਥੇ ਜਾ ਕੇ ਵੋਲੀਅਮ ਦੇਗਾ। ਜਦੋਂ ਵੋਲੀਅਮ ਦੇਗਾ ਤੇ ਮੰਨ ਲਓ ਕਿ 1 ਇੰਚ ਤੁਹਾਡੀ ਡਾਇਆ ਉਹਦਾ ਇੰਟੈਸਟਾਈਨ ਦਾ, ਜਦੋਂ ਅਸੀਂ ਇਸ ਭੂਗੋਲ ਲਵਾਂਗੇ ਉਹ ਫੁੱਲੇਗਾ ਤੇ ਉਹ ਜਦੋਂ ਟਾਈਟ ਹੋ ਕੇ ਨਿਕਲੇਗਾ ਤੇ ਆਲੇ ਦੁਆਲੇ ਜੋ ਵੀ ਸਟਫ ਚੰਬੜਿਆ ਹੋਇਆ, ਸਟਿਕ ਕੀਤਾ, ਕਿਉਂਕਿ ਮੈਦਾ ਆ,
ਕਿਉਂਕਿ ਕਣਕ ਹੈ ਉਹ ਜੁੜਦਾ ਅੰਦਰ, ਉਹਨੂੰ ਕਿਊਰੇਟ ਕਰਕੇ ਸਾਰਾ ਲੈ ਜਾਈਦਾ, ਸਟੂਲ ਦੀ ਫਾਰਮੇਸ਼ਨ ਠੀਕ ਹੋ ਜਾਏਗੀ ਔਰ ਇਵੈਕੂਏਸ਼ਨ ਵੀ ਪ੍ਰੋਪਰ ਹੋ ਜਾਏਗੀ। ਇੱਕ ਵਾਰੀ ਜਾਓਗੇ ਸਟੂਲ ਪਾਸ ਹੋ ਜਾਏਗਾ, ਜਿਹਦੇ ਨਾਲ ਤੁਸੀਂ ਸੌਖੇ ਹੋ ਜਾਓਗੇ। ਸੋ ਜਿਹੜਾ ਮੈਂ ਇਵੈਕੂਏਸ਼ਨ ਦੀ ਗੱਲ ਕਰਨਾ ਦਾ ਸਭ ਤੋਂ ਇੰਪੋਰਟੈਂਟ ਇਸ ਵੇਲੇ ਹਿੱਸਾ ਸਾਡੇ ਪਾਚਕ ਕਿਰਿਆ ਦਾ, ਉਹ ਬਹੁਤ ਐਫੀਸ਼ੀਐਂਟ ਇਸਬਗੋਲ ਦਾ ਹਸਕ ਲੈ ਕੇ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਕਬਜ਼ ਜਾਂ ਫਲੈਚੂਲੈਂਸ ਤੋਂ ਪੀੜਤ ਹੋ। ਓਕੇ। ਕਈ ਵਾਰ 5-5 ਦਿਨ ਸਟੂਲ ਪਾਸ ਨਹੀਂ ਹੋਇਆ, ਐਡਾ ਹਾਰਡ ਸਟੂਲ ਹੋ ਗਿਆ ਹੈ, ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਕੈਸਟਰ ਆਇਲ, ਅਰਿੰਡ ਦਾ ਤੇਲ 1 ਚਮਚ ਤੋਂ ਲੈ ਕੇ 3 ਚਮਚ ਤੱਕ, ਇਹ ਏਜ ਦੇ ਮੁਤਾਬਿਕ, ਗੰਭੀਰਤਾ ਦੇ ਮੁਤਾਬਿਕ ਔਰ ਨੀਡ ਦੇ ਮੁਤਾਬਿਕ ਕਿ ਤੁਹਾਨੂੰ 1 ਚਮਚ ਸੂਟ ਕਰ ਰਿਹਾ ਕਿ 3 ਚਮਚ ਸੂਟ ਕਰ ਰਿਹਾ ਹੈ, ਇਸਬਗੋਲ ਦਾ ਹਸਕ ਤੇ ਇੱਕ ਹੋ ਗਿਆ। ਕੈਸਟਰ ਆਇਲ ਜਿਹੜਾ ਆ ਉਹ ਦੁੱਧ ਦੇ ਵਿੱਚ ਮਿਲਾ ਕੇ, ਤੁਸੀਂ ਗਰਮ ਦੁੱਧ ਦੇ ਵਿੱਚ ਮਿਲਾ ਕੇ ਰਾਤ ਨੂੰ ਲੈ ਲਓ, ਸਵੇਰੇ ਤੁਹਾਡਾ ਹਾਰਡ ਸਟੂਲ ਜਿਹੜਾ ਆ, ਮੇਂਗਣਾ ਦੀ ਤਰ੍ਹਾਂ ਸਟੂਲ ਬਣਦਾ ਸੀ, ਉਹ ਸਾਰਾ ਨਰਮ ਹੋ ਕੇ ਇਵੈਕੂਏਟ ਹੋ ਜਾਏਗਾ। ਪਲੱਸ ਤੁਹਾਡੀਆਂ ਇੰਟੈਸਟਾਈਨ ਦੀ ਲੁਬਰੀਕੇਸ਼ਨ ਹੋ ਜਾਏਗੀ ਤਾਂ ਕਿ ਉੱਥੇ ਕੋਈ ਚੀਜ਼ ਸਟਿਕ ਨਾ ਕਰੇ। ਕੈਸਟਰ ਆਇਲ ਇੰਨਾ ਵਧੀਆ ਕੰਮ ਕਰਦਾ ਹੈ। ਅੱਛਾ, ਇਹ ਸਿਰਫ ਤਾਜ਼ੀ ਕਬਜ਼ ਦੇ ਕੇਸ 'ਚ ਕੰਮ ਕਰਦਾ ਕਿ ਜਾਂ ਫਿਰ ਜੇ ਕਬਜ਼ ਕੋਈ ਪੁਰਾਣੀ ਵੀ ਹੋਏ, ਕਿਸੇ ਨੂੰ ਬਹੁਤ ਪੁਰਾਣੀ, ਕਈ ਇਹਦੀ ਹੈਰੀਡੇਟਰੀ ਪ੍ਰੋਬਲਮਸ ਵੀ ਆ ਜਾਂਦੀਆਂ ਨੇ, ਉਹਨਾਂ ਦਾ ਵੀ ਸੋਲੂਸ਼ਨ ਹੋ ਸਕਦਾ? ਬਿਲਕੁਲ। ਜਿਹਨੂੰ ਕਬਜ਼ ਦੀ ਕ੍ਰੋਨਿਕ ਪ੍ਰੋਬਲਮ ਆ ਕਿ ਚੌਥੇ ਦਿਨ 5ਵੇਂ ਦਿਨ ਬੜੀ ਮੁਸ਼ਕਲ ਦੇ ਨਾਲ ਸਟੂਲ ਪਾਸ ਹੁੰਦਾ ਹੈ, ਉਸ ਤੋਂ ਬਾਅਦ ਖੱਟੇ ਡਕਾਰ ਆਉਂਦੇ ਰਹਿੰਦੇ ਆ, ਖਾਣ ਨੂੰ ਕੁਝ ਦਿਲ ਨਹੀਂ ਕਰਦਾ, ਮਨ ਉਚਾਟ ਰਹਿੰਦਾ, ਇਰੀਟੇਬਲ ਬਿਹੇਵੀਅਰ ਰਹਿੰਦਾ, ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਕਬਜ਼ ਦੇ ਨਾਲ ਜੁੜੀਆਂ ਹੋਈਆਂ ਨੇ। ਸੋ ਜੇ ਤੁਸੀਂ ਕੈਸਟਰ ਆਇਲ ਲੈ ਲੋਗੇ, ਕੈਸਟਰ ਆਇਲ ਉਹਨਾਂ ਹਾਲਾਤਾਂ 'ਚ ਲੈਣਾ ਹੈ, ਫਲੈਚੂਲੈਂਸ ਦੇ ਲਈ ਕੈਸਟਰ ਆਇਲ ਦੀ ਜ਼ਰੂਰਤ ਨਹੀਂ ਹੈ ਕਿ ਡਿਸਟੋਰਟਡ ਸਟੂਲ ਹੈਗਾ, ਸੈਮੀ ਸੋਲਿਡ ਸਟੂਲ ਹੈਗਾ, ਉੱਥੇ ਨਹੀਂ। ਸਿਰਫ ਤੇ ਸਿਰਫ ਹਾਰਡ ਸਟੂਲ ਦੇ ਵਿੱਚ ਜੇ ਤੁਸੀਂ ਕੈਸਟਰ ਆਇਲ ਲੈ ਲੈਂਦੇ ਹੋ ਤੇ ਤੁਹਾਡਾ ਸਮੂਥਲੀ ਸਟੂਲ ਪਾਸ ਹੋ ਜਾਏਗਾ। ਔਰ ਜੇ ਡਿਸਟੋਰਟਡ ਹੈ, ਫਲੈਚੂਲੈਂਸ ਹੈ, ਉੱਥੇ ਇਸਬਗੋਲ ਦਾ ਹਸਕ ਜਿਹੜਾ ਹੈ ਉਹ ਪੂਰਾ ਕੰਮ ਕਰੇਗਾ। ਇਸਬਗੋਲ ਦਾ ਹਸਕ ਤੁਸੀਂ ਰੂਟੀਨ 'ਚ ਵੀ ਅਗਰ ਲੈਂਦੇ ਹੋ ਤਾਂ ਇਹਦਾ ਕੋਈ ਨੁਕਸਾਨ ਨਹੀਂ ਹੈ। ਓਕੇ। ਇਹ ਅੱਗੇ ਜਾ ਕੇ ਹੋਰ ਵੀ ਫਾਇਦੇ ਦਿੰਦਾ ਹੈ। ਜਦੋਂ ਇਹ ਸਾਡੇ ਸਟੋਮਕ 'ਚ ਜਾ ਕੇ ਫੁੱਲਦਾ ਹੈ ਤੇ ਬਹੁਤ ਵਾਰੀ ਇਹ ਬਾਈਲ ਜਿਹੜਾ ਕਿ ਲਿਵਰ 'ਚੋਂ ਬਾਹਰ ਆਉਂਦਾ ਹੈਗਾ, ਉਹਨੂੰ ਵੀ ਆਪਣੇ ਅੰਦਰ ਸਮਾ ਲੈਂਦਾ ਆ ਤੇ ਬਾਈਲ ਤੋਂ ਅੱਗੇ ਕੋਲੇਸਟ੍ਰੋਲ ਬਣਦਾ ਹੈ। ਤੇ ਜੇ ਤੁਸੀਂ ਬਾਈਲ ਸਕ ਕਰ ਲੈਂਦੇ ਹੋ ਤੇ ਕੋਲੇਸਟ੍ਰੋਲ ਘੱਟ ਬਣੇਗਾ, ਤਾਂ ਕੋਲੇਸਟ੍ਰੋਲ ਲਈ ਵੀ ਇਹ ਬੈਨੀਫਿਟਡ ਹੈਗਾ। ਸੋ ਇਸ ਕਰਕੇ ਇਸਬਗੋਲ ਦਾ ਹਸਕ ਹਰ ਤਰ੍ਹਾਂ ਦੀ ਕਬਜ਼ ਤੇ ਫਲੈਚੂਲੈਂਸ ਵਾਸਤੇ, ਕੈਸਟਰ ਆਇਲ ਸਿਰਫ ਤੇ ਸਿਰਫ ਹਾਰਡ ਸਟੂਲ, ਮੇਂਗਣਾ ਦੀ ਤਰ੍ਹਾਂ ਸਟੂਲ ਹੈ, ਉਹਦੇ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ। ਅੱਛਾ ਡਾਕਟਰ ਸਾਹਿਬ, ਕੁਛ ਕਈ ਵਾਰੀ ਅਸੀਂ ਆਦਤਾਂ ਆਪਣੀਆਂ ਰੋਜ਼ ਵਾਲੀਆਂ ਸੁਧਾਰ ਲਈਏ ਤੇ ਸਮੱਸਿਆਵਾਂ ਦਾ ਹੱਲ ਹੋ ਜਾਂਦਾ, ਭਾਵ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ? ਹੁਣ ਅਸੀਂ ਗੱਲ ਕਰਦੇ ਹਾਂ ਕਿ ਉੱਠ ਕੇ ਪੇਟ ਸਾਫ਼ ਹੋਣਾ ਚਾਹੀਦਾ, ਪਰ ਉੱਠਣ ਤੇ ਪੇਟ ਸਾਫ਼ ਹੋਣ ਦੇ ਵਿੱਚ ਜਿਹੜਾ ਸਮਾਂ ਹੁੰਦਾ ਆ, ਕੀ ਉਹਦਾ ਵੀ ਬੈਸਟ ਯੂਜ਼ ਜਾਂ ਸਹੀ ਵਰਤੋਂ ਕੀਤੀ ਜਾ ਸਕਦੀ ਪੇਟ ਸਾਫ਼ ਕਰਨ ਦੀ? ਵਧੀਆ ਤੇ ਮੌਕੇ ਦਾ ਸਵਾਲ ਤੁਸੀਂ ਕੀਤਾ ਹੈ। ਦਿਨਚਰਿਆ ਦੀ ਗੱਲ ਕਰੀਏ, ਜਿੱਥੋਂ ਤੱਕ ਖਾਣ ਪੀਣ ਦਾ ਸਵਾਲ ਹੈ, ਅਸੀਂ ਸਾਰਾ ਦਿਨ ਕਿਸ ਤਰ੍ਹਾਂ, ਇੱਕ ਆਈਡੀਅਲ ਆਦਰਸ਼ਿਕ ਕੀ ਹੈ? ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਜੇ ਤੁਸੀਂ 2 ਚਮਚ ਨਿੰਬੂ ਦਾ ਰਸ ਤੇ 2 ਚਮਚ ਸ਼ਹਿਦ ਕੋਸੇ ਪਾਣੀ ਦੇ ਵਿੱਚ ਮਿਲਾ ਕੇ ਲੈਂਦੇ ਹੋ ਖਾਲੀ ਪੇਟ, ਉਹ ਕੇਸਿਸ ਅਲੱਗ ਨੇ ਜਿਹੜੇ ਖਾਲੀ ਪੇਟ ਦਵਾਈਆਂ ਲੈਂਦੇ ਨੇ, ਉਹ ਕੇਸਿਸ ਅਲੱਗ ਨੇ ਜਿਨ੍ਹਾਂ ਦੇ ਉਹ ਹਾਲਾਤ ਨਹੀਂ ਹੈ ਜੀ। ਨਾਰਮਲ ਉਹਦੇ ਵਿੱਚ ਸਾਨੂੰ 2 ਚਮਚ ਸ਼ਹਿਦ ਤੇ 2 ਚਮਚ ਨਿੰਬੂ ਦਾ ਰਸ ਕੋਸੇ ਪਾਣੀ ਦੇ ਵਿੱਚ ਲਿਆ ਜਾਵੇ ਤੇ ਇਹ ਬਹੁਤ ਹੀ, ਜਿੱਥੇ ਉਹ ਇੱਕ ਨਿਊਟ੍ਰੀਸ਼ਨਲ ਐਲੀਮੈਂਟ ਹੈ ਸਾਡੇ ਵਾਸਤੇ, ਉੱਥੇ ਸ਼ਹਿਦ ਜਿਹੜਾ ਆ ਇਹ ਸਭ ਤੋਂ ਵਧੀਆ ਮੋਇਸਚਰਾਈਜ਼ਰ ਮੰਨਿਆ ਗਿਆ। ਨਿੰਬੂ ਜਿਹੜਾ ਆ, ਬਹੁਤ ਵਾਰੀ ਤੁਸੀਂ ਐਡਵਰਟਾਈਜ਼ਮੈਂਟ ਦੇਖੀਆਂ ਹੋਣੀਆਂ ਟੀਵੀ ਤੇ ਆਉਂਦੀਆਂ ਕਿ ਭਾਂਡੇ ਮਸਾਲੇ ਨਾਲ ਲਿਬੜੇ ਹੋਏ ਰਾਤ ਦੇ ਪਏ ਤੇ ਉਹਦੇ ਵਿੱਚ ਹੀ ਆ ਨਿੰਬੂ ਕੇ ਰਸ ਵਾਲਾ ਯੂਜ਼ ਕਰੋ ਔਰ ਐਨ ਸਾਫ਼ ਹੋ ਕੇ ਚਿਹਰਾ ਦਿਸ। ਕਿਉਂ? ਇਹ ਅੰਦਰ ਵੀ ਨਿੰਬੂ ਦੇ ਵਿੱਚ ਇਹ ਗੁਣ ਨੇ ਕਿ ਇਹ ਅੰਦਰੋਂ ਜੰਮਿਆ ਹੋਇਆ ਕਿਊਰੇਟ ਕਰਕੇ ਅੱਗੇ ਲੈ ਜਾਂਦਾ। ਸਹੀ। ਸਿਟਰਿਕ ਸਾਰੇ ਹੀ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ, ਉਹ ਇਹ ਸਾਰੇ ਕੰਮ ਕਰਦੇ ਆ, ਲੇਕਿਨ ਨਿੰਬੂ ਜਿਹੜਾ ਆ ਉਹ ਖਾਸਾ ਇਹ ਕੰਮ ਕਰਦਾ। ਸੋ ਨਿੰਬੂ ਤੇ ਸ਼ਹਿਦ ਦਾ ਜਿਹੜਾ ਕੰਬੀਨੇਸ਼ਨ ਹੈ, ਗਰਮ ਪਾਣੀ ਨਾਲ ਲਿਆ ਜਾਏ ਤੇ ਉਹ ਤੁਹਾਡੇ ਲਈ ਬਹੁਤ ਮੁਫੀਦ ਹੈ। ਸ਼ਹਿਦ ਮੋਇਸਚਰਾਈਜ਼ਰ ਸਾਡੇ ਕੋਲ ਇਸ ਵੇਲੇ ਜਾਂ ਤਾਂ ਸ਼ਹਿਦ ਹੈ ਤੇ ਜਾਂ ਸਾਡੇ ਕੋਲ ਕੁਆਰਗੰਦਲ ਹੈ। ਇਹ ਨੇ ਜਿਹੜੀਆਂ ਸਾਨੂੰ ਅੰਦਰੋਂ ਥਿੰਦਾ ਦਿੰਦੀਆਂ। ਓਕੇ।
ਸੋ ਇਸ ਕਰਕੇ ਇੱਕ ਠੰਡਾ ਹੁੰਦਾ ਜਿਵੇਂ ਆਇਲ ਹੈ, ਇੱਕ ਮੋਇਸਚਰਾਈਜ਼ਿੰਗ ਹੁੰਦਾ ਨਰਮ ਕਰਨਾ, ਕੂਲ ਕਰਨਾ, ਉਹ ਇੱਕ ਕੁਆਰਗੰਦਲ ਇੱਕ ਤੇ ਸ਼ਹਿਦ ਇਹ ਸਾਨੂੰ ਲੈਣ ਦੀ ਜ਼ਰੂਰਤ ਹੈ। ਸ਼ਾਇਦ ਗਰਮੀਆਂ 'ਚ ਵੀ ਲਿਆ ਜਾ ਸਕਦਾ। ਸ਼ਾਇਦ 90% ਤੋਂ ਵੱਧ ਲੋਕਾਂ ਨੂੰ ਦਿੱਤਾ ਜਾ ਸਕਦਾ, ਲੇਕਿਨ ਉਸ ਵੇਲੇ ਤੁਸੀਂ ਇਹਦੀ ਰੇਸ਼ੋ ਬਦਲ ਸਕਦੇ ਹੋ। ਜਿਹਨੂੰ ਸੂਟ ਨਹੀਂ ਕਰਦਾ ਉਹ ਰੇਸ਼ੋ ਬਦਲ ਸਕਦਾ। 1 ਚਮਚ ਨਿੰਬੂ ਪਾ ਕੇ 2 ਚਮਚ ਸ਼ਹਿਦ ਪਾ ਲੇ। ਜੇ ਕੋਈ ਡਾਇਬੈਟਿਕ ਹੈ ਉਹ ਨਿੰਬੂ ਜ਼ਿਆਦਾ ਪਾ ਲੇ ਤੇ ਸ਼ਹਿਦ ਘੱਟ ਪਾ ਲੇ। ਸ਼ਹਿਦ ਜਿਹੜਾ ਆ ਉਹ ਡਾਇਬਟੀਜ਼ ਵਾਸਤੇ ਇੰਨਾ ਮਾੜਾ ਨਹੀਂ ਹੈ ਜਿੰਨਾ ਗਲੂਕੋਜ਼ ਤੇ ਖੰਡ ਹੈ, ਕਿਉਂਕਿ ਉਹ ਫਰੁਕਟੋਜ਼ ਆ, ਉਹਦੇ ਵਿੱਚ ਗਲੂਕੋਜ਼ ਨਹੀਂ ਹੈ। ਗਲੂਕੋਜ਼, ਫਰੁਕਟੋਜ਼ ਤੇ ਲੈਕਟੋਜ਼ 'ਚ ਫਰਕ ਹੁੰਦਾ ਹੈ ਜੀ। ਸੋ ਇਸ ਕਰਕੇ ਫਰੁਕਟੋਜ਼ ਬੈਟਰ ਹੈ ਸਾਡੀ ਐਬਜ਼ੌਰਪਸ਼ਨ ਵਾਸਤੇ, ਲੇਕਿਨ ਘੱਟ ਪਾ ਕੇ ਨਿੰਬੂ ਜ਼ਿਆਦਾ ਪਾ ਕੇ ਉਹਨੂੰ ਲਿਆ ਜਾ ਸਕਦਾ ਹੈ। ਇਹ ਇੰਡੀਵਿਜੂਅਲ ਟੂ ਇੰਡੀਵਿਜੂਅਲ ਵੇਰੀ ਕਰਦੀਆਂ ਚੀਜ਼ਾਂ, ਉਹ ਆਪਣੇ ਮੌਕੇ ਦੇ ਮੁਤਾਬਕ, ਹਾਲਾਤਾਂ ਦੇ ਮੁਤਾਬਕ, ਤਕਲੀਫ ਦੇ ਮੁਤਾਬਕ ਉਹਦੇ 'ਚ ਬਦਲਾਅ ਕੀਤਾ ਜਾ ਸਕਦਾ। ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ। ਮੇਰੇ ਖਿਆਲ ਇਹ ਬਹੁਤ ਚੰਗਾ ਕਨਸੈਪਟ ਸੀਗਾ, ਕਿਉਂਕਿ ਲੋਕ ਇੱਥੇ ਕੈਨੇਡਾ ਦੀ ਵੀ ਗੱਲ ਕਰੀਏ ਜਾਂ ਇੰਡੀਆ ਦੀ ਵੀ ਗੱਲ ਕਰੀਏ, ਇੱਕ ਕਬਜ਼ ਦੇ ਨਾਲ ਕਾਫੀ ਜ਼ਿਆਦਾ ਪੀੜਤ ਨੇ ਤੇ ਹੱਲ ਲੱਭਦੇ ਰਹਿੰਦੇ ਨੇ। ਅਸੀਂ ਅਕਸਰ ਉਹਦੀਆਂ ਬਾਰੇ ਨਵੇਂ ਤੋਂ ਨਵਾਂ ਕੁਛ ਜਾਣਕਾਰੀ ਜਿਹੜੀ ਜਦੋਂ ਵੀ ਮਿਲਦੀ ਉਹਨੂੰ ਲਾਗੂ ਕਰਨ ਦੀ ਲੋਕ ਕੋਸ਼ਿਸ਼ ਕਰਦੇ ਨੇ। ਤੁਹਾਡਾ ਧੰਨਵਾਦ, ਉਮੀਦ ਹੈ ਕਿ ਇਹ ਵੀ ਚੀਜ਼ਾਂ ਲਾਗੂ ਕਰਨਗੇ। ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਡਾਕਟਰ ਅਰੀਦਮਨ ਸਿੰਘ ਮਾਹਲ ਤੇ ਉਹਨਾਂ ਦੇ ਨਾਲ ਇਸ ਕਬਜ਼ ਦੇ ਬਾਬਤ, ਕਨਸਟੀਪੇਸ਼ਨ ਬਾਬਤ ਜਿਹੜਾ ਇਹ ਡਿਟੇਲ ਪ੍ਰੋਗਰਾਮ ਸੀ। ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।